ਹਾਲ ਹੀ ਦੇ ਵਿੱਚ ਜਿਮਨੀ ਚੋਣ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਕਰਨ ਵਾਲੇ ਸਿਮਰਨਜੀਤ ਸਿੰਘ ਮਾਨ, ਜਿਹੜੇ ਕਿ ਆਪਣੇ ਬਿਆਨਾਂ ਕਰਕੇ ਕਾਫੀ ਚਰਚਾ ਦੇ ਵਿੱਚ ਹੈ। ਅੱਜ ਤੁਹਾਨੂੰ 1984 ਦੇ ਵਿੱਚ ਉਹ ਕਿੱਥੇ ਸਨ, ਕਿਉਂ ਭੱਜ ਰਹੇ ਸਨ, ਇਹ ਸਾਰੀ ਕਹਾਣੀ ਤੁਹਾਨੂੰ ਦੱਸਣ ਜਾ ਰਹੇ ਹਾਂ। ਜਦੋਂ 3 ਜੂਨ 1984 ਨੂੰ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਤੇ ਮੈਂ ਆਪਣੇ ਮਾਪਿਆਂ ਦੇ ਘਰ ਬੀਬੀ ਜੀ ਤੇ ਡੈਡ ਜੀ ਨਾਲ ਸੀ। ਸਿਮਰਨਜੀਤ ਸਿੰਘ ਮਾਨ ਆਪਣੇ ਪਾਪਾ ਨੂੰ ਡੈਡ ਜੀ ਆਖਦੇ ਹਨ, ਇਸ ਕਰਕੇ ਇਸ ਦੇ ਵਿੱਚ ਡੈਡ ਜੀ ਨੂੰ ਉਹ ਸੰਬੋਧਿਤ ਹੋ ਰਹੇ ਨੇ। ਪਾਪਾ ਆਪਣੇ ਪਿਤਾ ਨੂੰ ਡੈਡ ਜੀ ਆਖਦੇ ਸਨ। ਇਹ ਉਹਨਾਂ ਦੀ ਬੇਟੀ ਨੇ ਦੱਸਿਆ ਹੈ ਕਿ 1984 ਦੇ ਵਿੱਚ ਸਿਮਰਨਜੀਤ ਸਿੰਘ ਮਾਨ ਕਿਉਂ ਵਿਦੇਸ਼ ਵਿੱਚ ਭੱਜ ਰਹੇ ਸਨ। ਮੈਨੂੰ ਸਰਕਾਰ ਨੇ ਹਥਿਆਰਾਂ ਦੇ ਲਾਇਸੈਂਸ ਜਾਰੀ ਕਰਨ ਬਾਰੇ ਵਿਭਾਗੀ ਪੜਤਾਲ ਲਈ ਚੰਡੀਗੜ੍ਹ ਸੱਦਿਆ ਹੋਇਆ ਸੀ। ਫਰੀਦਕੋਟ ਵਿਖੇ ਮੇਰੀ ਤੈਨਾਤੀ ਇੱਕ ਮਜ਼ਾਕ ਜਿਹਾ ਹੀ ਸੀ। ਫਰੀਦਕੋਟ ਕਿੱਸਾ ਤੁਸੀਂ ਸੁਣਿਆ ਹੀ ਹੋਵੇਗਾ, ਜਦੋਂ ਐਸਐਸਪੀ ਸੀ ਉੱਥੇ 4 ਨਿਹੰਗ ਸਿੰਘਾਂ ਨੂੰ ਗੋਲੀ ਮਾਰਨ ਦੇ ਦੋਸ਼ ਵੀ ਸਿਮਰਨਜੀਤ ਸਿੰਘ ਮਾਨ ਦੇ ਉੱਪਰ ਲੱਗ ਰਹੇ ਹੈ ਜਦੋਂ ਉੱਥੇ ਐਸਐਸਪੀ ਸੀ। ਕਿਉਂਕਿ ਮੇਰੇ ਕੋਲ ਹਥਿਆਰ ਦੇ ਲਾਇਸੈਂਸ ਦੀ ਸਿਫਾਰਿਸ਼ ਕਰਨ ਦਾ ਅਧਿਕਾਰ ਤਾਂ ਸੀ, ਪਰ ਜਾਰੀ ਕਰਨ ਦਾ ਨਹੀਂ, ਕਿਉਂ ਜੋ ਇਹ ਕੰਮ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਹੀ ਕਰ ਸਕਦਾ ਸੀ। ਮੈਂ ਸਿਰਫ ਸੀਨੀਅਰ ਸੁਪਰਡੈਂਟ ਆਫ ਪੁਲਿਸ ਐਸਐਸਪੀ ਹੀ ਸੀ। ਮੈਂ ਹਰਜੀਤ ਸਿੰਘ ਇੰਸਪੈਕਟਰ ਜਨਰਲ ਆਈਜੀ CID ਪੰਜਾਬ ਦੇ ਦਫ਼ਤਰ ਵਿੱਚ ਬੈਠਾ ਸਵਾਲਾਂ ਦੇ ਜਵਾਬ ਦੇ ਰਿਹਾ ਸੀ, ਜਦੋਂ ਉਹਨਾਂ ਦੀ ਮੇਜ਼ ਤੇ ਪਿਆ ਫੋਨ ਵੱਜਿਆ। ਗਵਰਨਰ ਸੁਰਿੰਦਰ ਨਾਥ ਦੇ ਐਡਵਾਈਜ਼ਰ ਨੇ ਕਿਹਾ, ਮਾਨ ਸਾਹਿਬ ਪੰਜਾਬ ਵਿੱਚ ਹੈ ਤੇ ਇਸ ਵੇਲੇ ਭਿੰਡਰਾਂਵਾਲੇ ਦੇ ਨਾਲ ਹੈ। ਇਹ ਸੰਭਵ ਨਹੀਂ, ਸ਼੍ਰੀਮਾਨ IG ਨੇ ਜਵਾਬ ਦਿੱਤਾ। ਤੁਹਾਨੂੰ ਕਿਵੇਂ ਪਤਾ ਹੈ? ਦੂਜੇ ਪਾਸਿਓਂ ਆਵਾਜ਼ ਨੇ ਪੁੱਛਿਆ। ਖੈਰ ਗੱਲ ਇਹ ਹੈ ਕਿ ਸਿਮਰਨਜੀਤ ਸਿੰਘ ਮਾਨ ਇਸ ਵੇਲੇ ਮੇਰੀ ਮੇਜ਼ ਦੇ ਸਾਹਮਣੇ ਬੈਠਾ ਹੈ, ਇਸ ਕਰਕੇ ਮੈਂ ਤੁਹਾਨੂੰ ਯਕੀਨ ਦਿਵਾ ਸਕਦਾ ਹਾਂ ਕਿ ਉਹ ਭਿੰਡਰਾਂਵਾਲੇ ਨਾਲ ਨਹੀਂ ਹੈ। IG ਨੇ ਫੋਨ ਰੱਖਦੇ ਹੋਏ ਉੱਚੀ ਸੁਰ ਵਿੱਚ ਕਿਹਾ, ਬੜੀ ਵਾਹਿਆਤ ਗੱਲ ਹੈ। ਮੇਰੇ ਵੱਲ ਵੇਖਦੇ ਹੋਏ ਕਿਹਾ, ਇਹ ਤਾਂ ਹੱਦ ਹੈ ਜ਼ੁਲਮ ਦੀ, ਉਹ ਤੇਰੇ ਪਿੱਛੇ ਪਏ ਹੋਏ ਹਨ। ਆਪਣੀ ਪੁੱਛਗਿੱਛ ਤੋਂ ਬਾਅਦ ਮੈਂ ਕਾਹਲੀ ਨਾਲ ਚੰਡੀਗੜ੍ਹ ਤੋਂ ਸਰਹੰਦ ਨੂੰ ਤੁਰ ਪਿਆ ਤਾਂ ਕਿ ਸ਼ਾਮ ਨੂੰ ਕਰਫਿਊ ਲੱਗਣ ਤੋਂ ਪਹਿਲਾਂ ਮੈਂ ਆਪਣੇ ਮਾਪਿਆਂ ਕੋਲ ਘਰ ਪਹੁੰਚ ਜਾਵਾਂ। ਫੌਜ ਪੂਰੇ ਜ਼ੋਰ ਸ਼ੋਰ ਨਾਲ ਲੱਗੀ ਹੋਈ ਸੀ, ਸਭ ਕੁਝ ਬੰਦ ਸੀ ਅਤੇ ਕਰਫਿਊ ਲੱਗ ਜਾਣ ਤੋਂ ਬਾਅਦ ਜਿੱਥੇ ਵੀ ਅਸੀਂ ਹੁੰਦੇ ਉੱਥੇ ਹੀ ਕੈਦ ਹੋ ਜਾਣਾ ਸੀ। ਜਿਉਂ ਹੀ ਆਪਣੇ ਮਾਪਿਆਂ ਦੇ ਘਰ ਦੀ ਪਾਵਨਤਾ ਵਿੱਚ ਪੁੱਜਾ, ਮੈਂ ਖਬਰਾਂ ਸੁਣਨ ਲਈ ਰੇਡੀਓ ਲਾ ਲਿਆ, ਪਰ ਕਿਸਮਤ ਵਿੱਚ ਨਹੀਂ ਸੀ। ਸਾਰਾ ਫੋਨ ਸੰਚਾਰ ਕਰ ਦਿੱਤਾ ਗਿਆ ਸੀ ਅਤੇ ਛੇਤੀ ਹੀ ਰੇਡੀਓ BBC ਦੇ ਛਿਟਪੁਟ ਪ੍ਰਸਾਰਨ ਛੱਡ ਕੇ ਤੇ ਬਿਜਲੀ ਵੀ ਕੱਟੇ ਜਾਣੇ ਸਨ। ਪੰਜਾਬ ਸਾਰੀ ਦੁਨੀਆ ਨਾਲੋਂ ਕੱਟ ਦਿੱਤਾ ਗਿਆ ਸੀ। ਅਸੀਂ ਅਫਸੋਸਨਾਕ ਹਨੇਰੇ ਵਿੱਚ ਰਾਤ ਦੀ ਰੋਟੀ ਖਾਧੀ ਅਤੇ ਸੌਂ ਗਏ। ਅਗਲੀ ਸਵੇਰ ਜਦੋਂ ਮੈਂ ਤਿਆਰ ਹੋ ਰਿਹਾ ਸੀ ਤਾਂ BBC ਰੇਡੀਓ ਨੇ ਐਲਾਨ ਕੀਤਾ ਕਿ ਗੋਲਡਨ ਟੈਂਪਲ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ। ਮੈਂ ਪੂਰੀ ਤਰ੍ਹਾਂ ਨਾਲ ਸੁੰਨ-ਮੁੰਨ ਹੋ ਰਹਿ ਗਿਆ ਤੇ ਉੱਚੀ ਉੱਚੀ ਰੋਣ ਲੱਗਾ। ਮੈਂ ਆਪਣੇ ਵੱਡੇ ਵੀਰ ਜੀ ਦੀ ਮੌਤ ਤੋਂ ਬਾਅਦ ਕਦੇ ਇਸ ਤਰ੍ਹਾਂ ਨਹੀਂ ਰੋਇਆ ਸੀ। ਰੋਪੜ ਦਾ SSP ਆਲਮ, ਜਿਸ ਨੇ ਮੇਰੇ ਅਧੀਨ ਫਰੀਦਕੋਟ ਵਿੱਚ ਸਿਖਲਾਈ ਲਈ ਸੀ ਅਤੇ ਫਰੀਦਕੋਟ ਵਿੱਚ ਮੁੱਖ ਦਫ਼ਤਰ ਵਿੱਚ ਮੇਰਾ SP ਹੁੰਦਾ ਸੀ, ਸਵੇਰੇ ਸਵੇਰੇ ਕਿਲ੍ਹਾ ਸ਼੍ਰੀ ਹਰਨਾਮ ਸਿੰਘ ਵਿਖੇ ਆਇਆ ਤੇ ਕਹਿਣ ਲੱਗਾ, ਸ਼੍ਰੀਮਾਨ ਕਿਰਪਾ ਕਰਕੇ ਮੇਰੀ ਕਾਰ ਵਿੱਚ ਬੈਠੋ, ਮੈਂ ਤੁਹਾਨੂੰ ਹਵਾਈ ਅੱਡੇ ਲੈ ਜਾਵਾਂਗਾ ਕਿਉਂਕਿ ਫੌਜ ਤੁਹਾਨੂੰ ਲੱਭ ਰਹੀ ਹੈ। ਮੈਂ ਕਾਹਲੀ ਨਾਲ ਮਾਪਿਆਂ ਨੂੰ ਅਲਵਿਦਾ ਕਹਿ ਕੇ ਉਸ ਦੀ ਕਾਰ ਵਿੱਚ ਬੈਠ ਗਿਆ ਅਤੇ ਸਿੱਧਾ ਚੰਡੀਗੜ੍ਹ ਹਵਾਈ ਅੱਡੇ ਪਹੁੰਚ ਗਿਆ, ਜੋ ਸਰਹੰਦ ਤੋਂ 1 ਘੰਟੇ ਦੀ ਵਿੱਤੇ ਸੀ, ਜਿੱਥੇ ਮੈਂ ਦਿੱਲੀ ਦਾ ਜਹਾਜ਼ ਫੜ ਲਿਆ। ਦਿੱਲੀ ਹਵਾਈ ਅੱਡੇ ਤੇ ਮੈਂ ਕੁਝ ਵਿਦੇਸ਼ੀ ਅਖਬਾਰ ਖਰੀਦੇ ਜੋ ਗੋਲਡਨ ਟੈਂਪਲ ਉੱਤੇ ਹਮਲੇ ਨਾਲ ਭਰੇ ਪਏ ਸਨ। ਪਰੇਸ਼ਾਨ ਜਿਹਾ ਮੈਂ ਮੁੰਬਈ ਵਾਪਸ ਆ ਗਿਆ। ਹੁਣ ਮੁੰਬਈ ਤੇ ਫਿਰ ਤੁਹਾਡੇ ਸਾਰਿਆਂ ਕੋਲ ਮੇਰੇ ਦਿਮਾਗ ਵਿੱਚ ਖਲਬਲੀ ਮੱਚੀ ਹੋਈ ਸੀ ਕਿ ਮੈਂ ਮਹਿਸੂਸ ਕਰ ਰਿਹਾ ਸੀ ਸ਼ਾਇਦ ਮੈਂ ਅਜਿਹੀ ਸਰਕਾਰ ਦੀ ਸੇਵਾ ਨਾ ਕਰ ਸਕਾਂ ਜਿਸ ਨੇ ਮੇਰੇ ਲੋਕਾਂ ਨਾਲ ਇਹ ਕੁਝ ਕੀਤਾ। ਮੈਂ ਫਿਰ
ਉਹ ਕੀਤਾ ਜੋ ਬੜੇ ਸਿੱਦਕੀ ਸਿੱਖ ਕਰਦੇ ਹਨ। ਮੈਂ ਸੇਧ ਲੈਣ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੱਲ ਮੁੜਿਆ। ਮੈਂ ਵਾਕ ਲਿਆ। ਇਹ ਗੁਰੂ ਤੇਗ ਬਹਾਦਰ ਦਾ ਸ਼ਬਦ ਸੀ, ਜੇ ਨਰ ਦੁੱਖ में दुख ना माने सुख स्नेह और भै नहीं जान के। मैं अपना अस्तीफा तैयार किया ते अगली सवेर 18 जुलाई 1984 ਨੂੰ ਭਾਰਤ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਭੇਜ ਦਿੱਤਾ। ਕਿਹਾ ਉਲਟ ਗੇੜ ਹੈ ਕਿ ਉਹ ਵੀ ਸਿੱਖ ਸੀ। ਮੈਨੂੰ ਕੋਈ ਜਵਾਬ ਨਾ ਆਇਆ, ਇਸ ਕਰਕੇ ਆਪਣਾ ਅਸਤੀਫਾ ਮਨਜ਼ੂਰ ਕਰਨ ਦੀ ਤਤਪਰਤਾ ਨੂੰ ਸਪਸ਼ਟ ਕਰਦਾ ਇੱਕ ਹੋਰ ਖੱਤ ਲਿਖਿਆ। ਇਸ ਵੇਲੇ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ CISF ਤੋਂ ਇੱਕ ਅਫਸਰ ਮੈਨੂੰ ਇਹ ਕਹਿਣ ਲਈ ਪਹੁੰਚ ਗਿਆ ਕਿ ਮੈਨੂੰ ਸੇਵਾ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ ਅਤੇ ਮੁੰਬਈ ਵਿਖੇ ਮੇਰੇ ਦਫ਼ਤਰ ਵਿੱਚ ਬਰਖਾਸਤਗੀ ਦਾ ਨੋਟਿਸ ਰਸਮੀ ਤੌਰ 'ਤੇ ਮੈਨੂੰ ਦੇ ਦਿੱਤਾ। ਮੈਂ ਸਦਮੇ ਵਿੱਚ ਪਏ ਆਪਣੇ ਅਮਲੇ ਦੇ ਵਿਚਕਾਰ ਆਪਣਾ ਸਰਵਿਸ ਰਿਵਾਲਵਰ ਜਮ੍ਹਾਂ ਕਰਵਾ ਦਿੱਤਾ, ਜਿਨ੍ਹਾਂ ਵਿੱਚੋਂ ਕੁਝ ਖੁੱਲ੍ਹ ਕੇ ਰੋ ਰਹੇ ਸਨ, ਜਿਵੇਂ ਮੇਰਾ ਨਿੱਜੀ ਸਕੱਤਰ ਸ਼੍ਰੀ ਕੁੱਟੀ ਖੁਦ ਨੂੰ ਸੰਭਾਲ ਹੀ ਨਹੀਂ ਪਾ ਰਿਹਾ ਸੀ। ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਤੇ ਬਾਹਰ ਨਿਕਲ ਆਇਆ। ਕੁਝ ਦਿਨਾਂ ਬਾਅਦ ਮੈਨੂੰ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਇੱਕ ਭਰੋਸੇਯੋਗ ਸਰੋਤ ਤੋਂ ਪਤਾ ਲੱਗਾ ਕਿ ਸਰਕਾਰ ਮੈਨੂੰ ਖਤਮ ਕਰਵਾਉਣਾ ਚਾਹੁੰਦੀ ਹੈ। ਮੈਂ ਸਰੋਤ 'ਤੇ ਵਿਸ਼ਵਾਸ ਹੋ ਗਿਆ ਕਿਉਂਕਿ ਵਿਅਕਤੀ ਪ੍ਰਧਾਨ ਮੰਤਰੀ ਦੇ ਨੇੜੇ ਸੀ ਅਤੇ ਮੇਰਾ ਵੀ ਪੁਰਾਣਾ ਦੋਸਤ ਸੀ। ਫਿਰ ਡੈਡ ਜੀ ਨੇ ਫੋਨ ਕੀਤਾ ਤੇ ਕਿਹਾ ਮੈਂ ਰੂਪੋਸ਼ ਹੋ ਜਾਵਾਂ, ਕਿਉਂਕਿ ਉਹਨਾਂ ਨੇ ਵੀ ਇਹ ਗੱਲ ਸੁਣੀ ਹੈ। ਜਦੋਂ ਮੈਂ ਆਪਣੀ ਪਤਨੀ ਗੀਤਾ ਨੂੰ ਦੱਸਿਆ ਤਾਂ ਉਹ ਡੋਰ ਭੋਰ ਰਹਿ ਗਈ, ਪਰ ਅਖੀਰ ਕਾਫੀ ਢਿੱਲ-ਮਿੱਠ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਮੈਨੂੰ ਹਾਲ ਦੀ ਘੜੀ ਕਿਤੇ ਦੂਰ ਚਲਾ ਜਾਣਾ ਚਾਹੀਦਾ ਹੈ। ਮੈਂ ਪਹਿਲੇ ਕੁਝ ਦਿਨ ਮਾਲਬਰ ਹਿੱਲ ਵਿੱਚ ਆਪਣੇ ਘਰ ਦੇ ਨੇੜੇ ਆਪਣੇ ਦੋਸਤ ਦੇ ਘਰ ਬਿਤਾਏ। ਕੁਝ ਦਿਨਾਂ ਬਾਅਦ ਕਰਨਲ ਬਲਜੀਤ ਸਿੰਘ ਅਤੇ ਉਹਨਾਂ ਦੀ ਪਤਨੀ ਆ ਕੇ ਮੈਨੂੰ ਬਾਂਦਰਾ ਵਿੱਚ ਆਪਣੇ ਘਰ ਲੈ ਗਏ, ਕਿਉਂ ਜੋ ਇੱਕੋ ਥਾਂ ਟਿਕੇ ਰਹਿਣਾ ਖਤਰਨਾਕ ਸੀ। ਮੈਨੂੰ ਫਿਰਦੇ ਹੀ ਰਹਿਣਾ ਪੈਣਾ ਸੀ। ਕਰਨਲ ਦੇ ਘਰ ਤੋਂ ਇੱਕ ਟਰਾਂਸਪੋਰਟਰ ਸਰਦਾਰ ਗਿਆਨ ਸਿੰਘ ਮੈਨੂੰ ਫੀਐਟ ਕਾਰ ਵਿੱਚ ਬੰਬਈ ਬਾਹਰ ਲੈ ਆਇਆ ਗਿਆ। ਜਾਂਦੇ ਹੋਏ ਅਸੀਂ ਮਹਾਰਾਸ਼ਟਰ ਦੇ ਦੱਖਣ ਵਿੱਚ ਦੁਪਹਿਰ ਦੇ ਖਾਣੇ ਲਈ ਇੱਕ ਸਿੱਖ ਦੇ ਢਾਬੇ 'ਤੇ ਰੁਕ ਗਏ, ਜੋ ਆਪਣੇ ਢਾਬੇ 'ਤੇ 2 ਸਿੱਖਾਂ ਨੂੰ ਦੇਖ ਕੇ ਇੰਨਾ ਉਤੇਜੀ ਸੀ ਕਿ ਸਾਨੂੰ ਪੁੱਛਣ ਲੱਗਾ, ਤੁਸੀਂ ਜਾਣਦੇ ਹੋ ਆਪਰੇਸ਼ਨ ਬਲੂ ਸਟਾਰ ਤੋਂ ਮਗਰੋਂ ਬੰਬਈ ਵਿੱਚ ਇੱਕ ਸਿੱਖ IPS ਅਫਸਰ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ। ਉਸ ਦੀ ਕਿੰਨੀ ਵੱਡੀ ਕੁਰਬਾਨੀ ਹੈ ਇਹ। ਮੈਂ ਪਰੇਸ਼ਾਨ ਸੀ ਕਿਤੇ ਗਿਆਨ ਸਿੰਘ ਉਤੇਜਨਾ ਵਿੱਚ ਮੇਰੀ ਪਹਿਚਾਣ ਜ਼ਾਹਿਰ ਕਰਕੇ ਕੰਮ ਹੀ ਨਾ ਵਿਗਾੜ ਦੇਵੇ, ਪਰ ਗਿਆਨ ਸਿੰਘ ਨੇ ਇਸ ਦਾ ਬਿਲਕੁਲ ਜ਼ਿਕਰ ਨਾ ਕੀਤਾ। ਜਿਸ IPS ਅਫਸਰ ਦੀ ਉਹ ਗੱਲ ਕਰ ਰਿਹਾ ਸੀ ਉਹ ਅਸਲ ਵਿੱਚ ਉਸ ਦੇ ਸਾਹਮਣੇ ਹੀ ਬੈਠਾ ਸੀ ਤੇ ਅਸੀਂ ਕਾਹਲੀ ਨਾਲ ਖਾਣਾ ਖਾ ਕੇ ਦੱਖਣ ਵੱਲ ਨੂੰ ਅੱਗੇ ਤੁਰ ਪਏ। ਗਿਆਨ ਸਿੰਘ ਮੈਨੂੰ ਮੱਧ ਪ੍ਰਦੇਸ਼ ਵਿੱਚ ਭਲਾਈ ਨਾਂ ਦੀ ਥਾਂ 'ਤੇ ਲੈ ਗਿਆ, ਜਿੱਥੇ ਮੈਂ ਭਿੰਡਰਾਂਵਾਲੇ ਦੇ ਇੱਕ ਪੈਰੋਕਾਰ ਕੋਲ ਠਹਿਰਨਾ ਸੀ, ਜੋ ਸਰਕਾਰੀ ਲੋਕ ਖਣਿਜ ਕੰਪਨੀ ਲਈ ਗੈਸਟ ਹਾਊਸ ਚਲਾ ਰਿਹਾ ਸੀ। ਉਸਨੇ ਮੈਨੂੰ ਇੱਕ ਕਮਰਾ ਦੇ ਦਿੱਤਾ ਜੋ ਬੜਾ ਆਰਾਮਦੇਹ ਸੀ, ਪਰ ਮੈਂ ਪਰੇਸ਼ਾਨ ਸੀ ਕਿਉਂਕਿ ਸਰਕਾਰੀ ਅਫਸਰ ਉਸ ਗੈਸਟ ਹਾਊਸ ਵਿੱਚ ਆਉਂਦੇ ਜਾਂਦੇ ਰਹਿੰਦੇ ਸਨ। ਫਿਰ ਉਸਨੇ ਮੈਨੂੰ ਦੱਸਿਆ ਕਿ ਭਿੰਡਰਾਂਵਾਲੇ ਦਾ ਇੱਕ ਸਾਬਕਾ ਸਹਾਇਕ ਰਾਮ ਸਿੰਘ ਵੀ ਆਪਣੀ ਪਤਨੀ ਅਤੇ ਨਿੱਕੀ ਧੀ ਨਾਲ ਉਸੇ ਸ਼ਹਿਰ ਵਿੱਚ ਠਹਿਰਿਆ ਹੋਇਆ ਸੀ ਕਿ ਮੈਂ ਉਸ ਨੂੰ ਮਿਲਣਾ ਚਾਹਾਂਗਾ। ਮੈਂ ਉਸ ਨੂੰ ਜਾਣਦਾ ਨਹੀਂ ਸੀ, ਪਰ ਸੰਤ ਭਿੰਡਰਾਂਵਾਲੇ ਦੇ ਜੁੱਟ ਤੋਂ ਕਿਸੇ ਨੂੰ ਮਿਲਣ ਦੀ ਬੜੀ ਖੁਸ਼ੀ ਹੋਣੀ ਸੀ। ਭਾਈ ਰਾਮ ਸਿੰਘ ਪੋਲੀਓ ਕਰਕੇ ਕੁਝ ਲੰਗੜਾ ਕੇ ਤੁਰਦਾ ਸੀ। ਜਦੋਂ ਫੌਜ ਨੇ ਹਮਲਾ ਕੀਤਾ ਸੀ ਉਦੋਂ ਉਹ ਵੀ ਗੋਲਡਨ ਟੈਂਪਲ ਵਿੱਚ ਹੀ ਸੀ। ਘੇਰੇ ਦੇ ਦੂਜੇ ਦਿਨ ਇਹ ਮਹਿਸੂਸ ਕਰਦੇ ਹੋਏ ਕਿ ਉਹਨਾਂ ਲਈ ਸਭ ਕੁਝ ਠੀਕ ਨਹੀਂ ਰਹਿੰਦਾ, ਲੱਗਦਾ ਭਿੰਡਰਾਂਵਾਲੇ ਨੇ ਰਾਮ ਸਿੰਘ ਨੂੰ ਕਿਹਾ ਉਹ ਇੱਥੋਂ ਨਿਕਲ ਜਾਵੇ, ਕਿਉਂਕਿ ਜੇ ਹਾਲਾਤ ਹੋਰ ਵਿਗੜ ਗਏ ਤਾਂ ਲੰਘ ਕਰਕੇ ਉਸ ਤੋਂ ਇੱਥੋਂ ਨਿਕਲਣਾ ਨਹੀਂ ਹੋਣਾ। ਇਸ ਕਰਕੇ ਸੰਤ ਅਤੇ ਉਹਨਾਂ ਦੇ ਸਾਥੀਆਂ ਦੇ ਕਤਲੇਆਮ ਤੋਂ
ਇੱਕ ਦਿਨ ਪਹਿਲਾਂ ਰਾਮ ਸਿੰਘ ਇੱਕ ਗੁਪਤ ਰਾਹ ਰਾਹੀਂ ਬਾਹਰ ਨਿਕਲ ਗਿਆ ਅਤੇ ਵਾਕਿਆ ਹੀ ਮਸਾਂ ਹੀ ਬਚਿਆ। ਸਿਰਫ ਬਾਅਦ ਵਿੱਚ ਮੇਰੇ ਨਾਲ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦਾ ਦੋਸ਼ ਲੱਗਣ ਲਈ ਅਤੇ 5 ਸਾਲ ਲਈ ਜੇਲ੍ਹ ਵਿੱਚ ਸੁੱਟ ਦਿੱਤਾ। ਰਾਮ ਸਿੰਘ ਅਤੇ ਮੈਨੂੰ ਇਕੱਠੇ ਇੱਕ ਹੋਰ ਸਿੱਖ ਦੇ ਘਰ ਠਹਿਰਾ ਦਿੱਤਾ ਗਿਆ। ਇੱਕ ਸਵੇਰ ਉੱਠਣ ਸਾਰ ਹੀ ਮੈਂ ਦੇਖਿਆ ਕਿ ਪੁਲਿਸ ਦੀ ਇੱਕ ਜੀਪ ਗਵਾਂਢੀ ਦੇ ਘਰ ਦੇ ਬਾਹਰ ਖੜੀ ਸੀ। ਰਾਮ ਸਿੰਘ ਨੇ ਪਹਿਲਾਂ ਹੀ ਦੇਖ ਲਈ ਸੀ ਤੇ ਬੜਾ ਘਬਰਾਇਆ ਹੋਇਆ ਸੀ। ਉਸ ਨੂੰ ਯਕੀਨ ਨਹੀਂ ਸੀ ਕਿ ਪੁਲਿਸ ਸਾਡੇ ਲਈ ਆਈ ਸੀ। ਮੇਰੇ ਸਹਿਜ ਪ੍ਰੇਮ ਮੈਨੂੰ ਕਹਿ ਰਹੇ ਸੀ ਕਿ ਅਸੀਂ ਸੁਰੱਖਿਅਤ ਹਾਂ। ਇਸ ਕਰਕੇ ਮੈਂ ਰਾਮ ਸਿੰਘ ਨੂੰ ਦਿਲਾਸਾ ਦਿੱਤਾ ਤੇ ਅਸਲ ਵਿੱਚ ਹੀ ਪੁਲਿਸ ਦੀ ਜੀਪ ਥੋੜ੍ਹੇ ਚਿਰ ਮਗਰੋਂ ਚਲੀ ਗਈ। ਪਰ ਫੈਸਲਾ ਇਹ ਹੋਇਆ ਕਿ ਸਾਨੂੰ ਇੱਥੋਂ ਚਲਾ ਜਾਣਾ ਚਾਹੀਦਾ ਹੈ। ਰਾਮ ਸਿੰਘ ਤੇ ਮੈਂ ਐਵੇਂ ਹੀ ਇਕੱਠੇ ਹੋ ਗਏ ਲੱਗਦੇ ਸੀ। ਮੱਧ ਪ੍ਰਦੇਸ਼ ਵਿੱਚ ਭਲਾਈ ਤੋਂ ਅਸੀਂ ਪਿੱਛੇ ਨੂੰ ਨਾਗਪੁਰ ਆ ਗਏ। ਨਾਗਪੁਰ ਸਾਨੂੰ ਇੱਕ ਸਿੱਖ ਟਰਾਂਸਪੋਰਟਰ ਨੇ ਟਿਕਾਣਾ ਸਹਾਰ ਤੇ ਓੜ ਦਿੱਤੀ। ਜਦੋਂ ਮੈਨੂੰ ਪਤਾ ਲੱਗਾ ਕਿ ਇੰਦਰਾ ਗਾਂਧੀ ਨਾਗਪੁਰ ਆ ਰਹੀ ਸੀ ਤਾਂ ਮੈਂ ਮਹਿਸੂਸ ਕੀਤਾ ਕਿ ਸਾਡਾ ਇੱਥੇ ਰਹਿਣਾ ਸੁਰੱਖਿਅਤ ਨਹੀਂ ਰਹੇਗਾ, ਕਿਉਂਕਿ ਸੁਰੱਖਿਆ ਬਹੁਤ ਵਧਾ ਦਿੱਤੀ ਜਾਵੇਗੀ ਅਤੇ ਅਸੀਂ ਸੌਖੇ ਹੀ ਫੜੇ ਜਾਵਾਂਗੇ। ਇਸ ਕਰਕੇ ਮੈਂ ਰਾਮ ਸਿੰਘ ਨੂੰ ਨਾਗਪੁਰ ਛੱਡਣ ਲਈ ਮਨਾ ਲਿਆ। ਅਸੀਂ ਉਸ ਦੀ ਪਤਨੀ ਅਤੇ ਨਿੱਕੀ ਧੀ ਨੂੰ ਪੰਜਾਬ ਦੀ ਗੱਡੀ ਚੜ੍ਹਾ ਦਿੱਤਾ ਅਤੇ ਆਪ ਪੱਛਮੀ ਬੰਗਾਲ ਵਿੱਚ ਆਸਨ ਨੋਸਲ ਦੀ ਗੱਡੀ ਫੜ ਲਈ, ਜਿੱਥੇ ਅਸੀਂ ਥੋੜ੍ਹੀ ਦੇਰ ਰਹੇ ਤੇ ਫਿਰ ਕਲਕੱਤੇ ਚਲੇ ਗਏ। ਕਲਕੱਤੇ ਵਿੱਚ ਇੱਕ ਸਥਾਨਕ ਸਿੱਖ ਆਗੂ ਕਮਿੱਕਰ ਸਿੰਘ ਨੇ ਸਾਡੀ ਸੁਰੱਖਿਆ ਦਾ ਜ਼ਿੰਮਾ ਸਾਂਭ ਲਿਆ ਅਤੇ ਸਾਨੂੰ ਪਨਾਹ ਦਿੱਤੀ। ਜਦੋਂ ਮੈਂ ਕਲਕੱਤੇ ਸੀ ਤਾਂ ਮੇਰੇ ਦਿੱਲੂ ਭੈਣ ਜੀ ਮੈਨੂੰ ਮਿਲਣ ਆਏ। ਮੈਂ ਮਹਿਸੂਸ ਕੀਤਾ ਕਿ ਮੈਨੂੰ ਅਜਿਹੇ ਹਾਲਾਤ ਵਿੱਚ ਮਿਲਣ ਲਈ ਉਹਨਾਂ ਦਾ ਚੰਡੀਗੜ੍ਹ ਤੋਂ ਇੱਥੇ ਆਉਣਾ ਬੜੀ ਬਹਾਦਰੀ ਦੀ ਗੱਲ ਸੀ। ਉਹ ਇੱਕ ਦੋਸਤ ਉਸ ਦੀ ਪਤਨੀ ਕੋਲ ਰੁਕੇ ਜੋ ਚਾਹ ਦੀ ਕਾਸ਼ਤ ਕਰਦਾ ਸੀ। ਕੁਝ ਦਿਨਾਂ ਲਈ ਉਹਨਾਂ ਦਾ ਮੇਰੇ ਨੇੜੇ ਰਹਿਣਾ ਬੜਾ ਲੁਭਾਉਣਾ ਸੀ। ਮੈਂ ਘਰ ਵਿੱਚ ਆਪਣੇ ਪਰਿਵਾਰ ਅਤੇ ਜੀਵਨ ਦੀ ਬੜੀ ਘਾਟ ਮਹਿਸੂਸ ਕਰ ਰਿਹਾ ਸੀ। ਕਿਸੇ ਭਗੌੜੇ ਵਾਂਗ ਭੱਜੇ ਫਿਰਨਾ ਵੀ ਕੋਈ ਸੁਖਾਲਾ ਨਹੀਂ ਸੀ। ਆਉਣ ਵਾਲੇ ਸਾਲਾਂ ਵਿੱਚ ਮੇਰੀ ਭੈਣ ਹੀ ਮੇਰੀ ਸਭ ਤੋਂ ਵੱਡੀ ਸਾਥੀ ਅਤੇ ਤਾਕਤ ਦਾ ਥੰਮ ਰਹੀ ਸੀ। ਅਗਲੇ 5 ਸਾਲ ਉਹ ਮੇਰੇ ਕਾਜ ਲਈ ਭੱਜੀ ਫਿਰਦੀ ਰਹੀ। ਅਦਾਲਤ ਵਿੱਚ ਮੇਰੀ ਪੇਚੀ ਮੇਰੇ ਨਾਲ ਹੋਣ ਦਾ ਮੌਕਾ ਕਦੀ ਨਹੀਂ ਖੁੰਝਾਇਆ ਤੇ ਜੇਲ੍ਹ ਵਿੱਚ ਵੀ ਮੇਰੇ ਕੋਲ ਆਉਂਦੀ ਰਹੀ। ਕਲਕੱਤੇ ਵਿੱਚ ਮੇਰਾ ਸਾਧੂ ਅਮਰਿੰਦਰ ਸਿੰਘ ਵੀ ਮੈਨੂੰ ਮਿਲਣ ਆਇਆ ਸੀ, ਪਰ ਮੈਂ ਉਸ ਨੂੰ ਨਹੀਂ ਮਿਲਿਆ। ਉਸ ਨੂੰ ਮਿਲਣ ਕਰਕੇ ਮੈਂ ਖਤਰੇ ਵਿੱਚ ਪੈ ਜਾਣਾ ਸੀ, ਪਰ ਉਹ ਮੇਰੇ ਲਈ 10,000 ਰੁਪਏ ਛੱਡ ਗਿਆ, ਜੋ ਇੱਕ ਵੱਡੀ ਮਦਦ ਸੀ। ਉਸ ਵੇਲੇ ਇੱਕ ਵੱਡੀ ਰਕਮ ਵੀ। ਕਰੀਬ 2 ਮਹੀਨੇ ਤੱਕ ਮੈਂ ਕਲਕੱਤੇ ਵਿੱਚ ਇੱਕ ਸੁਰੱਖਿਅਤ ਘਰ ਤੋਂ ਦੂਜੇ ਵਿੱਚ ਜਾਂਦਾ ਰਿਹਾ ਅਤੇ ਕਈ ਵਾਰ ਧਨਾੜ ਸਿੱਖ ਟਰਾਂਸਪੋਰਟਰਾਂ, ਤਸਕਰਾਂ ਤੇ ਮਹਿਮਾਨ ਵਜੋਂ ਰਹਿੰਦਾ ਰਿਹਾ। ਇੱਕ ਵਾਰੀ ਤਾਂ ਇੱਕ ਸਿੱਖ ਇੰਜੀਨੀਅਰ ਨਾਲ ਰਲੇਵੇਂ ਕਲੋਨੀ ਵਿੱਚ ਵੀ ਰਿਹਾ। ਉਸ ਵੇਲੇ ਮੈਟਰੋ ਅਜੇ ਬਣ ਰਹੀ ਸੀ। ਬਹੁਤੇ ਠੇਕੇਦਾਰ ਸਿੱਖ ਸਨ, ਇਸ ਕਰਕੇ ਮੇਰਾ ਉਹਨਾਂ ਨਾਲ ਰਹਿਣਾ ਸੁਰੱਖਿਅਤ ਸੀ। ਜਿਨ੍ਹਾਂ ਇਲਾਕਿਆਂ ਵਿੱਚ ਮੈਨੂੰ ਰੱਖਿਆ ਗਿਆ ਉਹਨਾਂ ਵਿੱਚੋਂ ਇੱਕ ਵੇਸ਼ਵਾਵਾਂ ਦਾ ਗੜ੍ਹ ਸੀ ਅਤੇ ਜਦੋਂ ਮੈਂ ਸ਼ਹਿਰ ਲਈ ਨਿਕਲਦਾ ਤਾਂ ਉਹ ਮੈਨੂੰ ਭਰਮਾਉਣ ਦੀ ਕੋਸ਼ਿਸ਼ ਕਰਦੀਆਂ। ਮੈਂ ਦੂਜੇ ਪਾਸੇ ਮੂੰਹ ਫੇਰ ਲੈਂਦਾ ਅਤੇ ਤੇਜ਼ ਕਦਮਾਂ ਨਾਲ ਆਪਣੀ ਨਿੱਕੀ ਜਿਹੀ ਆਰਜੀ ਪਨਾਹ ਦੀ ਓਟ ਲੈ ਲੈਂਦਾ। ਇੱਕ ਸ਼ਾਮ ਇੱਕ ਸਿੱਖ ਮਰਚੈਂਟ ਨੇਵੀ ਅਫਸਰ ਨੇ ਮੈਨੂੰ ਕਲੱਬ ਵਿੱਚ ਸੱਦਾ ਦਿੱਤਾ। ਮੈਂ ਗਿਆ, ਪਰ ਇਸਨੇ ਮੈਨੂੰ ਮੇਰਾ ਘਰ ਅਤੇ ਮੇਰਾ ਪਿਛਲਾ ਜੀਵਨ ਹੀ ਚੇਤੇ ਕਰਾਇਆ। ਉਸ ਰਾਤ ਮੈਂ ਆਪਣੇ ਨਿੱਕੇ ਜਿਹੇ ਕਮਰੇ ਵਿੱਚ ਬੜੇ ਦੁਖੀ ਮਨ ਨਾਲ ਪਰਤਿਆ ਅਤੇ ਮੈਨੂੰ ਪੂਰਾ ਯਕੀਨ ਸੀ ਮੈਂ ਘਰ ਨਹੀਂ ਜਾ ਸਕਣਾ ਜਾਂ ਫਿਰ ਉਸ ਤਰ੍ਹਾਂ ਦਾ ਜੀਵਨ ਨਹੀਂ ਜੀ ਸਕਣਾ ਜਿਸ ਦਾ ਮੈਂ ਆਦੀ ਸੀ। ਫਿਰ ਮੈਂ ਚਰਨ ਸਿੰਘ ਦੇ ਫਲੈਟ ਵਿੱਚ ਚਲਾ ਗਿਆ। ਮੇਰਾ ਇੱਕ ਦੋਸ਼ੀ ਜੋ ਮੇਰੇ ਨਾਲ ਜੋਗ ਬਣੀ ਵਿਕੇ ਨੇਪਾਲ ਜਾਣ ਦੀ ਕੋਸ਼ਿਸ਼ ਕਰਦੇ ਹੋਏ ਰਾਸ਼ਟਰੀ ਸੁਰੱਖਿਆ ਕਾਨੂੰਨੀ ਅਧੀਨ ਫੜਿਆ ਗਿਆ ਸੀ, ਜੋ ਪੁਲਿਸ ਕਮਿਸ਼ਨਰ ਦੇ ਦਫ਼ਤਰ ਦੇ ਨਾਲ ਲਗਮਾ ਸੀ। ਮੈਂ ਮਹਿਸੂਸ ਕੀਤਾ ਕਿ ਮੈਂ ਇੱਥੇ ਸਭ ਤੋਂ ਸੁਰੱਖਿਅਤ ਸੀ, ਕਿਉਂ ਜੋ ਮੈਂ ਇਸੇ ਸਿਸਟਮ ਦਾ ਹਿੱਸਾ ਰਿਹਾ ਹਾਂ ਤੇ ਮੈਨੂੰ ਪਤਾ ਸੀ ਉਹ ਮੈਨੂੰ ਕਦੀ ਵੀ ਐਨ ਆਪਣੇ ਨੱਕ ਹੇਠ ਨਹੀਂ ਲੱਭਣਗੇ। ਮੈਂ ਸਿਸਟਮ ਨੂੰ ਠੁੱਠ ਦਿਖਾ ਰਿਹਾ ਸੀ। ਸਾਨੂੰ ਕਲਕੱਤੇ ਵਿੱਚ ਕਰੀਬ 3 ਮਹੀਨੇ ਹੋ ਚੁੱਕੇ ਸਨ ਜਦੋਂ ਅਸੀਂ ਸੁਣਿਆ ਕਿ ਦਿੱਲੀ ਵਿੱਚ ਉਸ ਦੇ
ਅੰਗ ਰੱਖਿਅਕਾਂ ਨੇ ਇੰਦਰਾ ਗਾਂਧੀ ਨੂੰ ਮਾਰ ਦਿੱਤਾ ਸੀ। ਇਹ 31 ਅਕਤੂਬਰ 1984 ਦਾ ਦਿਨ ਸੀ ਅਤੇ ਮੈਂ ਚਰਨ ਸਿੰਘ ਫਲੈਟ ਵਿੱਚ ਬੈਠਾ ਸੀ। ਜਦੋਂ ਉਸ ਦੀ ਮੌਤ ਦੀ ਖਬਰ ਆਉਣ ਲੱਗੀ, ਮੈਂ ਬੰਬਈ ਵਿੱਚ ਆਪਣੇ ਪੱਤਰਕਾਰ ਦੋਸਤ ਨੂੰ ਫੋਨ ਕੀਤਾ, ਜਿਸ ਨੇ ਖਬਰ ਦੀ ਪੁਸ਼ਟੀ ਕਰ ਦਿੱਤੀ। ਮੇਰਾ ਪਹਿਲਾ ਫੁਰਨਾ ਇਹੀ ਸੀ ਕਿ ਇੰਦਰਾ ਗਾਂਧੀ ਤਲਵਾਰ ਦੇ ਸਿਰ ਤੇ ਜਿਉਂਦੀ ਰਹੀ ਹੈ ਅਤੇ ਆਖਰ ਤਲਵਾਰ ਨਾਲ ਹੀ ਮਾਰੀ ਗਈ ਹੈ। ਗੱਲ ਇਹੀ ਸੀ। ਫਿਰ ਪੂਰੇ ਜ਼ੋਰ ਸ਼ੋਰ ਨਾਲ ਸਿੱਖਾਂ ਦੇ ਖਿਲਾਫ ਕਤਲੇਆਮ ਸ਼ੁਰੂ ਹੋ ਗਏ। ਸਿੱਖਾਂ ਦੇ ਵਹਿਸ਼ੀ ਕਤਲਾਂ ਤੇ ਮਾਸੂਮਾਂ ਨਾਲ ਜਬਰ ਜਨਾਹ ਦੀ ਅੱਗ ਭੜਕਾਉਣ ਦੇ ਲਈ ਜ਼ਿੰਮੇਵਾਰ ਬਹੁਤ ਸਾਰੇ ਕਾਂਗਰਸੀ ਸਨ। ਖੂਨ ਦੀ ਹੋਲੀ ਸ਼ੁਰੂ ਹੋ ਗਈ ਸੀ। ਹਿੰਦੂ ਖੁੱਲ੍ਹਾ ਐਲਾਨ ਕਰ ਰਹੇ ਸਨ, ਖੂਨ ਦਾ ਬਦਲਾ ਖੂਨ। ਆਖਰ ਮੇਰੀ ਦੇਖਭਾਲ ਕਰਨ ਲਈ ਜ਼ਿੰਮੇਵਾਰ ਲੋਕਾਂ ਨੇ ਸਮੇਤ ਸਥਾਨਕ ਗੁਰਦੁਆਰਾ ਦੇ ਮੁਖੀ ਅਤੇ ਮਗਰੋਂ ਮੇਰੇ ਸਹਿਦੋਸ਼ੀ ਅਤੇ ਸਹਿ ਕੈਦੀ ਕਮਿੱਕਰ ਸਿੰਘ ਨੇ ਫੈਸਲਾ ਕੀਤਾ ਕਿ ਹੁਣ ਮੇਰੇ ਲਈ ਕਲਕੱਤਾ ਸੁਰੱਖਿਅਤ ਨਹੀਂ ਰਿਹਾ ਅਤੇ ਦੇਰ ਸਵੇਰ ਪੁਲਿਸ ਨੇ ਮੈਨੂੰ ਲੱਭ ਵੀ ਲੈਣਾ ਸੀ। ਇਸ ਕਰਕੇ ਇੱਕ ਵਿਉਂਤ ਬਣਾਈ ਗਈ ਬਚ ਨਿਕਲਣ ਦੀ ਇੱਕ ਵੱਡੀ ਯੋਜਨਾ। ਮੈਨੂੰ ਦੇਸ਼ ਤੋਂ ਨੇਪਾਲ ਵਿੱਚ ਚੋਰੀ ਛਿਪੇ ਲਿਜਾਇਆ ਜਾਣਾ ਸੀ ਅਤੇ ਫਿਰ ਬੰਗਲਾਦੇਸ਼ ਰਾਹੀਂ ਯੂਰਪ ਨੂੰ, ਉੱਥੇ ਆਖਿਰ ਅਮਰੀਕਾ ਨੂੰ, ਜਿੱਥੇ ਇਹ ਸੋਚਿਆ ਗਿਆ ਸੀ ਕਿ ਆਖਰ ਮੈਂ ਆਜ਼ਾਦ ਹੋ ਜਾਵਾਂਗਾ। ਸਿੱਖ ਮਹਿਸੂਸ ਕਰਦੇ ਸੀ ਉਹ ਬਿਨਾਂ ਕਿਸੇ ਅੜਿੱਕੇ ਦੇ ਇਹ ਕਰ ਲੈਣਗੇ। 29 ਨਵੰਬਰ 1984 ਨੂੰ ਕਮਿੱਕਰ ਸਿੰਘ, ਚਰਨ ਸਿੰਘ, ਰਾਮ ਸਿੰਘ, ਜਸਪਾਲ ਸਿੰਘ ਗੋਰਖਾ ਤੇ ਮੈਂ ਸਵੇਰੇ 5 ਵਜੇ ਇੱਕ ਵੀਲਜ਼ ਜੀਪ ਵਿੱਚ ਨਿਕਲ ਪਏ। ਗੋਰਖੇ ਨੂੰ ਨਾਲ ਇਸ ਕਰਕੇ ਲਿਆ ਸੀ ਕਿਉਂਕਿ ਉਹ ਟਰਾਂਸਪੋਰਟਰ ਸੀ ਤੇ ਕਈ ਚੀਜ਼ਾਂ ਦੀ ਬਰਾਮਦਕਾਰ ਵੀ ਅਤੇ ਕਾਠਮਾਂਡੂ ਤੇ ਛੋਟੇ-ਮੋਟੇ ਰਾਹਾਂ ਤੋਂ ਵਾਕਿਫ ਸੀ। ਦਿਲਨ ਢਲਣ ਨੂੰ ਸੀ। ਅਸੀਂ ਸਰਹੰਦ ਨੇੜੇ ਪਹੁੰਚ ਗਏ ਸੀ। ਅਸੀਂ ਬਿਹਾਰ ਦੇ ਜ਼ਿਲ੍ਹਾ ਪੂਨੀਆ ਜੋਗਬਾਣੀ ਵਿਖੇ ਨਿੱਕੀ ਜਿਹੀ ਚੌਂਕੀ ਤੇ ਪਹੁੰਚ ਗਏ ਸੀ। ਮੈਂ ਬਿਹਾਰ ਤੋਂ ਸਰਹੱਦ ਪਾਰ ਕਰਨ ਬਾਰੇ ਵਧੇਰੇ ਚਿੰਤਾਤਰ ਸੀ ਕਿਉਂਕਿ ਇਹ ਕਾਂਗਰਸ ਹਕੂਮਤ ਵਾਲਾ ਰਾਜ ਸੀ ਅਤੇ ਮੈਂ ਮਹਿਸੂਸ ਕਰਦਾ ਸੀ ਇੱਥੇ ਚੌਕਸੀ ਬਹੁਤ ਜ਼ਿਆਦਾ ਹੋਵੇਗੀ। ਦੂਜੇ ਪਾਸੇ ਕਮਿਊਨਿਸਟ ਹਕੂਮਤ ਵਾਲਾ ਪੱਛਮੀ ਬੰਗਾਲ ਸਿੱਖਾਂ ਦੇ ਕਤਲੇਆਮ ਤੋਂ ਬਾਅਦ ਵਧੇਰੇ ਹਮਦਰਦ ਹੋਣਾ ਸੀ। ਉੱਥੇ ਨੇਪਾਲ ਨੂੰ ਨਿਕਲਣਾ ਸੁਖਾਲਾ ਹੋਣਾ ਸੀ, ਪਰ ਮੇਰੀ ਨਹੀਂ ਮੰਨੀ ਗਈ। ਇਸ ਕਰਕੇ ਮੈਨੂੰ ਹੁਣ ਬਿਹਾਰ ਦੀ ਸਰਹੱਦ ਤੇ ਸੀ। ਨਿੱਕੇ ਜਿਹੇ ਸਰਹੱਦੀ ਪਿੰਡ ਵਿੱਚ ਬਿਜਲੀ ਨਹੀਂ ਸੀ। ਪੇਂਡੂਆਂ ਨੇ ਆਪਣੀਆਂ ਲਾਲਟੇਨਾਂ ਮਚਾਈਆਂ ਹੋਈਆਂ ਸਨ। ਗੋਰਖਾ ਜੀਪ ਚਲਾ ਰਿਹਾ ਸੀ। ਅਸੀਂ ਪਿੰਡ ਪਾਰ ਕਰਕੇ ਨੇਪਾਲ ਤੋਂ ਭਾਰਤ ਨੂੰ ਵੱਖ ਕਰਨ ਵਾਲੇ ਬੈਰੀਅਰ ਚੌਂਕੀ ਤੇ ਪੁੱਜ ਗਏ। ਬੈਰੀਅਰ ਚੌਂਕੀ ਤੇ ਕੋਈ ਬੰਦਾ ਨਹੀਂ ਲੱਗਦਾ ਸੀ। ਖੁਸ਼ੀ ਦੀ ਗੱਲ ਇਹ ਸੀ ਰਾਹ ਖੁੱਲ੍ਹਾ ਸੀ, ਸਾਨੂੰ ਉਡੀਕ ਰਿਹਾ ਸੀ। ਚੁੱਪ ਕਰਕੇ ਸਿੱਧੇ ਨਿਕਲ ਜਾਈਏ। ਮੈਂ ਮਨ ਵਿੱਚ ਅਰਦਾਸ ਕੀਤੀ। ਜਦੋਂ ਅਸੀਂ ਲੰਘ ਰਹੇ ਸੀ ਤਾਂ ਆਵਾਜ਼ ਆਈ, ਰੁਕੋ ਰੁਕੋ। ਇਕੱਲਾ ਸੰਤਰੀ ਗਾਰ ਦੇ ਕੈਮਰੇ ਵਿੱਚੋਂ ਭੱਜਿਆ ਆਇਆ ਗੋਰਖਾ ਘਬਰਾ ਗਿਆ ਤੇ ਉਸਨੇ ਪੁਰਾਣੀ ਜਿਹੀ ਜੀਪ ਤੇ ਬ੍ਰੇਕ ਦੱਬ ਕੇ ਚੀਕ ਕਢਾ ਦਿੱਤੀ। ਬਸ ਕੰਮ ਖਤਮ। ਸਾਫ਼ ਸੀ ਸਾਨੂੰ ਪਛਾਣ ਲਿਆ ਗਿਆ ਸੀ। ਸੰਤਰੀ ਸਾਨੂੰ ਇੱਕ ਨਿੱਕੇ ਜਿਹੇ ਕਮਰੇ ਵਿੱਚ ਲੈ ਗਿਆ ਤੇ ਵਾਇਰਲੈਸ ਰੇਡੀਓ ਕੋਲ ਗਿਆ। ਮੈਂ ਭੇਸ ਨਹੀਂ ਬਦਲਿਆ ਹੋਇਆ ਸੀ। ਵਾਕਿਆ ਹੀ ਮੂਰਖਤਾ ਸੀ, ਪਰ ਮੇਰੀ ਤਸਵੀਰ ਜ਼ਰੂਰ ਸਰਹੱਦੀ ਚੌਂਕੀਆਂ ਤੇ ਹਵਾਈ ਅੱਡਿਆਂ ਤੇ ਫਲੈਸ਼ ਕਰ ਦਿੱਤੀ ਗਈ ਹੋਣੀ ਹੈ। ਇਸ ਕਰਕੇ ਪੁਲਿਸ ਜ਼ਰੂਰ ਮੁਸਤੈਦ ਹੋਣੀ ਹੈ। ਅਸੀਂ ਇੰਤਜ਼ਾਰ ਕਰ ਰਹੇ ਸੀ ਤਾਂ ਮਨ ਬਣਾਇਆ ਕਿ ਮੈਂ ਇੱਥੋਂ ਬੜਾ ਸੁਖਾਲਾ ਭੱਜ ਕੇ ਜਾ ਸਕਦਾ। ਸਰਹੱਦ ਐਨ ਪੱਥਰ ਦੀ ਮਾਰ ਜਿੰਨੀ ਦੂਰ ਸੀ ਅਤੇ ਇਸ ਵੇਲੇ ਉੱਥੇ ਸਿਰਫ ਇੱਕ ਪੁਲਸੀਆ ਸੀ। ਉਹ ਵਾਇਰਲੈਸ ਵਿੱਚ ਉਲਝਿਆ ਹੋਇਆ ਸੀ। ਮੈਂ ਬਾਕੀਆਂ ਨੂੰ ਕਿਹਾ, ਪਰ ਰਾਮ ਸਿੰਘ ਕਹਿਣ ਲੱਗਾ ਜੇ ਮੈਂ ਨਿਕਲ ਗਿਆ ਤਾਂ ਪੁਲਿਸ ਨੇ ਉਸ ਨੂੰ ਜ਼ਰੂਰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦੇਣਾ ਹੈ ਕਿਉਂਕਿ ਆਪਣੀ ਅੰਗਹੀਨਤਾ ਕਾਰਨ ਉਸ ਤੋਂ ਭੱਜ ਬਿਲਕੁਲ ਨਹੀਂ ਹੋਣਾ। ਮੈਂ ਬੈਠ ਗਿਆ ਤੇ ਸਭ ਕੁਝ ਕਿਸਮਤ ਤੇ ਭਰੋਸੇ ਛੱਡ ਦਿੱਤਾ। ਜਦੋਂ ਹੋਰ ਕੁਰਮਕ ਪਹੁੰਚ ਗਈ ਤਾਂ ਪੁਲਿਸ ਸਾਨੂੰ ਸਥਾਨਕ ਥਾਣੇ ਵਿੱਚ ਲੈ ਗਈ ਅਤੇ ਰਾਤ ਅਸੀਂ ਉੱਥੇ ਹੀ ਕੱਟੀ। ਦੂਜੇ ਦਿਨ ਸਾਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਨੇ ਪੁਲਿਸ ਰਿਮਾਂਡ ਤੇ ਦੇ ਦਿੱਤਾ ਗਿਆ। ਸਾਨੂੰ ਪਹਿਰੇ ਵਿੱਚ ਜਾਂਦਾ ਗਿਆ ਅਤੇ ਫਿਰ ਰਾਮ ਸਿੰਘ ਅਤੇ ਚਰਨ ਸਿੰਘ ਅਤੇ ਗੋਰਖੇ ਨੂੰ ਸਾਡੇ ਕੋਲੋਂ ਵੱਖਰਾ ਕਰ ਲਿਆ ਗਿਆ ਤੇ ਰੱਬ ਜਾਣੇ ਕਿੱਥੇ ਲੈ ਗਏ। ਕਮਿੱਕਰ ਸਿੰਘ ਅਤੇ ਮੈਨੂੰ ਇੱਕ ਵੱਖਰੀ ਮੋਟਰ ਵਿੱਚ ਲੈ ਤੁਰੇ। ਜਦੋਂ ਸਾਨੂੰ ਜੀਪ ਵਿੱਚ ਲਿਜਾਇਆ ਜਾ ਰਿਹਾ ਸੀ ਰੱਬ ਜਾਣੇ ਕਿੱਥੇ, ਤਾਂ ਜੀਪ ਇੱਕ ਬਾਂਸਾਂ ਦੀ ਝਿੜੀ ਨੇੜੇ ਰੁਕੀ।
ਮੈਨੂੰ ਧੂ ਕੇ ਜੀਵ ਵਿੱਚੋਂ ਕੱਢਿਆ ਤੇ ਝਿੜੀ ਵਿੱਚ ਲੈ ਗਏ। ਇੱਕ ਪੁਲਸੀਏ ਨੇ ਕਿਹਾ ਉਹ ਮੇਰੀ ਗੋਲੀ ਮਾਰ ਲੱਗੇ ਹਨ ਤੇ ਮਾਰ ਵੀ ਦੇਣੀ ਸੀ ਜੇ ਬਿਹਾਰ ਆਰਮਡ ਕਾਂਸਟੇਬਲਰੀ ਦਾ ਇੱਕ ਹਿਮਾਚਲੀ ਸਾਬਕਾ ਫੌਜੀ ਇਹ ਕਹਿ ਕੇ ਇਨਕਾਰ ਨਾ ਕਰ ਦਿੰਦਾ ਕਿ ਮੈਂ ਉਸਦੇ ਇਲਾਕੇ ਦਾ ਸੀ। ਉਸਦੀ ਜ਼ਮੀਰ ਇਜਾਜ਼ਤ ਨਹੀਂ ਦਿੰਦੀ ਸੀ ਉਹ ਮੇਰੇ ਗੋਲੀ ਮਾਰੇ। ਬਾਕੀ ਵੀ ਢਿੱਲੇ ਪੈ ਗਏ। ਮੈਨੂੰ ਸਦਮੇ ਦੀ ਹਾਲਤ ਵਿੱਚ ਹੱਥਕੜੀ ਸਮੇਤ ਮੁੜ ਜੀਪ ਕੋਲ ਜਾਂਦਾ ਗਿਆ। ਅਗਲੀ ਸਵੇਰ ਕਮਿੱਕਰ ਸਿੰਘ ਅਤੇ ਮੈਨੂੰ ਇੱਕ ਹਵਾਈ ਪੱਟੀ ਤੇ ਲਿਜਾਇਆ ਗਿਆ ਜਿੱਥੇ ਇੱਕ ਨਿੱਕਾ ਜਿਹਾ 8 ਸੀਟਰ ਜਹਾਜ਼ ਸਾਡਾ ਇੰਤਜ਼ਾਰ ਕਰ ਰਿਹਾ ਸੀ। ਮੇਰੇ ਹੱਥ ਮੇਰੀ ਪਿੱਠ ਪਿੱਛੇ ਇੰਨੀ ਸਖਤੀ ਨਾਲ ਬੰਨੇ ਹੋਏ ਸਨ ਕਿ ਹੱਥਕੜੀ ਬੁਰੀ ਤਰ੍ਹਾਂ ਮੇਰੀ ਕੰਗਰੋੜ ਨੂੰ ਨਾਲ ਵੱਜ ਰਹੀ ਸੀ। ਮੇਰੀ ਬੁਰੀ ਤਰ੍ਹਾਂ ਨਾਲ ਦਰਦ ਹੋ ਰਿਹਾ ਸੀ ਪਰ ਮੈਂ ਮੂੰਹੋਂ ਕੁਝ ਨਾ ਬੋਲਿਆ ਕਿਉਂਕਿ ਜਿਸ ਬਾਰੇ ਮੈਨੂੰ ਪੱਕਾ ਪਤਾ ਸੀ ਉਹਨਾਂ ਨੇ ਇਸ ਦਾ ਜ਼ਰੂਰ ਫਾਇਦਾ ਉਠਾਉਣਾ ਹੈ। ਇੱਕ ਕਾਫੀ ਅੱਖੜ ਜਿਹਾ ਪੰਜਾਬੀ ਅਫਸਰ ਸਾਡਾ ਇੰਚਾਰਜ ਸੀ। ਮੈਂ ਆਪਣੇ ਦੰਦ ਕਰੀਚਦਾ ਰਿਹਾ ਤੇ ਤਕਲੀਫ ਸਹਿੰਦਾ ਰਿਹਾ। ਸਾਨੂੰ ਵਿੱਚ ਕ੍ਰਾਫਟ ਦੇ ਪਟਨਾ ਲਿਆਂਦਾ ਗਿਆ ਤੇ ਹੋਮਗਾਰਡ ਰੈਸਟ ਹਾਊਸ ਵਿੱਚ ਰੱਖਿਆ ਗਿਆ। ਸਾਡੀ ਪੁੱਛਗਿੱਛ ਕਰਨ ਲਈ ਇੰਟੈਲੀਜੈਂਸ ਬਿਊਰੋ IB ਅਤੇ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ CBI ਤੋਂ ਹੋਰ ਅਫਸਰ ਆਏ ਜਿੱਥੇ ਮੈਨੂੰ ਨਜ਼ਰਬੰਦ ਕਰ ਦਿੱਤਾ ਗਿਆ। ਸੋ ਇਹ ਸੀ ਸਿਮਰਨਜੀਤ ਸਿੰਘ ਮਾਨ ਜਿਸ 'ਤੇ ਕਾਫੀ ਸਵਾਲ ਉੱਠਦੇ ਸਨ ਕਿ ਸਿਮਰਨਜੀਤ ਸਿੰਘ ਮਾਨ 84 ਦੇ ਵੇਲੇ ਕਿੱਥੇ ਸੀ। ਸਿਮਰਨਜੀਤ ਸਿੰਘ ਮਾਨ ਨੇ ਪੁਲਿਸ ਦੀ ਨੌਕਰੀ ਤੋਂ ਅਸਤੀਫਾ ਕਦੋਂ ਦਿੱਤਾ ਸੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਾਂਗਰਸ ਤੋਂ ਅਸਤੀਫਾ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਸ ਸਮੇਂ ਦਿੱਤਾ ਸੀ। ਸਿਮਰਨਜੀਤ ਸਿੰਘ ਮਾਨ ਅਤੇ ਕੈਪਟਨ ਅਮਰਿੰਦਰ ਸਿੰਘ ਆਪਸ ਦੇ ਵਿੱਚ ਰਿਸ਼ਤੇਦਾਰ ਵੀ ਸੀ। ਹੁਣ ਸਿਮਰਨਜੀਤ ਸਿੰਘ ਮਾਨ ਦੇ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਹਰ ਰੋਜ਼ ਆਉਂਦੇ ਵਿਵਾਦਤ ਬਿਆਨਾਂ ਕਰਕੇ ਉਹ ਸੁਰਖੀਆਂ ਦੇ ਵਿੱਚ ਹੈ। ਤੁਸੀਂ ਆਪਣਾ ਜਿਹੜਾ ਪੱਖ ਹੈ ਜਿਹੜੀ ਆਪਣਾ ਤੁਸੀਂ ਰਾਏ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦਿਓ ਕਿ ਸਿਮਰਨਜੀਤ ਸਿੰਘ ਮਾਨ ਨੂੰ ਉਸ ਵੇਲੇ ਇਸ ਤਰ੍ਹਾਂ ਦੇ ਨਾਲ ਭੱਜਣਾ ਚਾਹੀਦਾ ਸੀ ਜਾਂ ਫਿਰ ਪੰਜਾਬ ਦੇ ਨੌਜਵਾਨਾਂ ਨੂੰ ਇਕੱਠਾ ਕਰਕੇ ਲੜਾਈ ਲੜਨੀ ਚਾਹੀਦੀ ਸੀ।